हेलो स्टूडेंट्स, वेलकम टू हिस्ट्री क्लास। अज असी यूनिट फस्ट का चौथा प्रश्न शुरू करांगे। अज का प्रश्न है लॉर्ड कार्नवालिस के सुधारां का संखेप वेरवा दिओ। शुरू करते हैं। लॉर्ड कार्नवालिस 1786 ईस्वी विच भारत का गवर्नर जनरल बन के आया। ਉਹ ਇੱਕ ਉੱਚੇ ਘਰਾਣੇ ਤੋਂ ਸੰਬੰਧ ਰੱਖਦਾ ਸੀ ਅਤੇ ਉਸ ਦੇ ਦੇਸ਼ ਵਾਸੀ ਉਸ ਦਾ ਬਹੁਤ ਮਾਨ ਸਨਮਾਨ ਕਰਦੇ ਸਨ। ਸ਼ੁਰੂਆਤ ਵਿੱਚ ਜਦੋਂ ਉਸ ਦੇ ਸਾਹਮਣੇ ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਸੰਭਾਲਣ ਦਾ ਪ੍ਰਸਤਾਵ ਆਇਆ ਤਾਂ ਉਸਨੇ ਕੁਝ ਇਨਕਾਰ ਜਾਂ ਮਨਾ ਕਰਨ ਦਾ ਮਨ ਬਣਾ ਲਿਆ, ਪਰੰਤੂ ਅਖੀਰ ਵਿੱਚ ਉਸਨੇ ਇਸ ਅਹੁਦੇ ਨੂੰ ਸਵੀਕਾਰ ਕਰ ਲਿਆ। ਉਸਨੂੰ ਭਾਰਤ ਦੇ ਗਵਰਨਰ ਜਨਰਲ ਦੇ ਨਾਲ ਨਾਲ ਕਮਾਂਡਰ ਇਨ ਚੀਫ ਦਾ ਵੀ ਅਹੁਦਾ ਦਿੱਤਾ ਗਿਆ। ਇਸ ਤੋਂ ਇਲਾਵਾ ਉਸਨੂੰ ਅਸਾਧਾਰਨ ਕਾਨੂੰਨੀ ਅਧਿਕਾਰ ਵੀ ਦਿੱਤੇ ਗਏ। इन्ना होंदे होए भी उसने अपनी शक्तियां का दुरुपयोग नहीं किया। उसने भारत विच अनेक प्रशासनिक सुधार किए। कार्नवालिस नूं अपने सुधारां दे कारण बड़ी प्रसिद्धि प्राप्त हुई। उसने न्याय विभाग का नवे सिरे तो गठन किया, भूमि प्रबंध विच क्रांतिकारी बदलाव किए अते सार्वजनिक सेवावां विच अनेक सुधार किए। उन्हां दे सुधारां नूं ਅਸੀਂ ਕੁਝ ਛੋਟੇ ਪੁਆਇੰਟਾਂ ਦੇ ਵਿੱਚ ਵੰਡ ਕੇ ਸਮਝਾਂਗੇ। ਪਹਿਲਾ ਹੈ ਸਾਰਵਜਨਿਕ ਸੇਵਾ ਵਿੱਚ ਸੁਧਾਰ। ਲਾਰਡ ਕਾਰਨਵਾਲਿਸ ਦੇ ਆਉਣ ਤੋਂ ਪਹਿਲਾਂ ਕੰਪਨੀ ਦੇ ਕਰਮਚਾਰੀ ਨਿੱਜੀ ਵਪਾਰ ਨਾਲ ਖੂਬ ਮਾਲਾਮਾਲ ਹੋ ਰਹੇ ਸਨ। ਉਹ ਰਿਸ਼ਵਤ ਵੀ ਲਿਆ ਕਰਦੇ ਸਨ। ਇਸ ਦਾ ਮੁੱਖ ਕਾਰਨ ਇਹ ਸੀ ਕਿ ਉਹਨਾਂ ਦੀ ਤਨਖਾਹਾਂ ਘੱਟ ਸਨ ਅਤੇ ਉਹਨਾਂ ਦੇ ਲਈ ਪੈਨਸ਼ਨ ਦੀ ਵੀ ਕੋਈ ਵਿਵਸਥਾ ਨਹੀਂ ਸੀ। ਇੱਕ ਅਨੁਮਾਨ ਦੇ ਅਨੁਸਾਰ कुछ कर्मचारी अपनी आमदन तो 30 गुणा ज़्यादा धन रिश्वत के रूप में कमा लेंदे सन। उदाहरण के लिए बनारस स्थित अंग्रेज रेजिडेंट का सालाना वेतन केवल 1350 पाउंड सी, परंतु वो होर उपायां नाल अपनी तनख्वाह तो अलावा लगभग 40,000 पाउंड कमांदा सी। लॉर्ड कार्नवालिस इस भ्रष्टाचार ਨੂੰ सहन नहीं कर सकिया। उसने तनख्वाहां ਵਿੱਚ ਵਾਧਾ ਕੀਤਾ ਅਤੇ ਨਿੱਜੀ ਵਪਾਰ ਤੇ ਘੂਸਖੋਰੀ ਨੂੰ ਰੋਕਣ ਦੇ ਲਈ ਨਿਯਮਾਂ ਵਿੱਚ ਅਨੇਕ ਬਦਲਾਵ ਕੀਤੇ। ਇਹਨਾਂ ਬਦਲਾਵਾਂ ਵਿੱਚ ਉਸਨੇ अनेक अजिहियां नौकरियां नूं समाप्त कर दिता जो केवल संचालक ਜਾਂ नियंत्रण बोर्ड के मैंबरां नूं खुश करन दे लई रखियां गईयां सन। कार्नवालिस ने कंपनी के संचालकां नूं कर्मचारियों की तनख्वाह वधाउण दे लई मजबूर किया। उसका विश्वास सी कि वेतन वधन के कारण कंपनी के कर्मचारी लालच नहीं करनगे। उसने कंपनी के कर्मचारियों के निजी व्यापार ते भी रोक ला दी। उसने रिश्वतखोरी तो संबंधित बड़े सख्त नियम लागू किए ताकि कोई कर्मचारी रिश्वत न लेवे। कार्नवालिस ने भारतीयों नूं उच्चे अहुदਿਆਂ ते नियुक्त ना किया। उसके शासनकाल विच यह नियम बना दिता गया कि किसी भी भारती नूं दारोगा ਜਾਂ मुंशी तो उच्चा अहुदा नहीं दिता जा सकता ਅਤੇ ਉਹਨਾਂ ਦੀ ਤਨਖਾਹ 500 ਪਾਉਂਡ ਤੋਂ ਜ਼ਿਆਦਾ ਨਹੀਂ ਹੋ ਸਕਦੀ। ਇਹ ਲਾਰਡ ਕਾਰਨਵਾਲਿਸ ਦੀ ਬਹੁਤ ਵੱਡੀ ਪਾਲਿਸੀ। ਦੂਜੇ ਉਹਦੇ ਸੁਧਾਰ ਹੈ ਨਿਆਂ ਸੰਬੰਧੀ ਸੁਧਾਰ। ਲਾਰਡ ਕਾਰਨਵਾਲਿਸ ਨੇ ਵਾਰਨ ਹੈਸਟਿੰਗਸ ਦੇ ਅਧੂਰੇ ਕੰਮ ਨੂੰ ਪੂਰਾ ਕੀਤਾ। ਉਸਨੇ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਅਲੱਗ ਕਰ ਦਿੱਤਾ ਅਤੇ ਜਨ ਸਾਧਾਰਨ ਨੂੰ ਨਿਆਂ ਪ੍ਰਦਾਨ ਕਰਨ ਦਾ ਪ੍ਰਯਾਸ ਕੀਤਾ।
ਇਸ ਦੇ ਲਈ ਉਸਨੇ ਕਈ ਮਹੱਤਵਪੂਰਨ ਸੁਧਾਰ ਕੀਤੇ, ਜਿਵੇਂ ਅਧੀਨਸਥ ਦੀਵਾਨੀ ਅਦਾਲਤਾਂ ਦੀ ਸਥਾਪਨਾ। ਕਾਰਨਵਾਲਿਸ ਨੇ ਦੀਵਾਨੀ ਅਦਾਲਤਾਂ ਨੂੰ ਲੜੀਵਾਰ ਸਥਾਪਿਤ ਕੀਤਾ। ਸਭ ਤੋਂ ਨੀਵੇਂ ਸਤਰ 'ਤੇ ਮੁਨਸਿਫ ਦੀ ਅਦਾਲਤਾਂ ਸਨ, ਜਿਸ ਦੇ ਮੁਖੀਆ ਭਾਰਤੀ ਅਧਿਕਾਰੀ ਹੁੰਦੇ ਸਨ। ਇਹ ਕੇਵਲ 50 ਰੁਪਏ ਤੱਕ ਦੇ ਮੁਕੱਦਮੇ ਸੁਣ ਸਕਦੇ ਸਨ। ਇਹਨਾਂ ਦੇ ਉੱਪਰ ਰਜਿਸਟਰਾਰ ਦੀ ਅਦਾਲਤਾਂ ਸਨ, ਜੋ ਯੂਰੋਪੀਅਨ ਜੱਜਾਂ ਦੇ ਅਧੀਨ ਸਨ। ਇਹਨਾਂ ਵਿੱਚ 200 ਰੁਪਏ ਤੱਕ ਦੇ ਮੁਕੱਦਮੇ ਸੁਣੇ ਜਾ ਸਕਦੇ ਸਨ। ਇਹਨਾਂ ਦੇ ਉੱਪਰ ਜ਼ਿਲ੍ਹੇ ਦੀ ਅਦਾਲਤਾਂ ਸਨ। ਜ਼ਿਲ੍ਹਾ ਅਦਾਲਤਾਂ ਅਧੀਨਸਥ ਜ਼ਿਲ੍ਹਾ ਜੱਜਾਂ ਦੇ ਅਧੀਨ ਸਨ। ਇਹ ਅਦਾਲਤਾਂ ਅਧੀਨਸਥ ਦੇ ਵਿਰੁੱਧ ਅਪੀਲ ਸੁਣਦੀਆਂ ਸਨ। ਜ਼ਿਲ੍ਹਾ ਨਿਆਧੀਸ਼ ਜਾਂ ਜੱਜ ਹਿੰਦੂ ਅਤੇ ਮੁਸਲਮਾਨ ਵਿਧੀ ਦੇ ਜਾਣਕਾਰ ਲੋਕਾਂ ਨਾਲ ਸਲਾਹ ਕਰਕੇ ਹੀ ਮੁਕੱਦਮਿਆਂ ਦਾ ਫੈਸਲਾ ਕਰਦੇ ਸਨ। ਅਗਲਾ ਪੁਆਇੰਟ ਹੈ ਪ੍ਰਾਂਤਿਕ ਅਦਾਲਤਾਂ। ਜ਼ਿਲ੍ਹਾ ਅਦਾਲਤਾਂ ਦੇ ਵਿਰੁੱਧ ਅਪੀਲ ਸੁਣਨ ਦੇ ਲਈ 4 ਪ੍ਰਾਂਤੀ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ। ਇਹਨਾਂ ਦੀ ਸਥਾਪਨਾ ਕਲਕੱਤਾ, ਮੁਰਸ਼ਿਦਾਬਾਦ, ਢਾਕਾ ਅਤੇ ਪਟਨਾ ਵਿੱਚ ਕੀਤੀ ਗਈ। ਇਹਨਾਂ ਅਦਾਲਤਾਂ ਦੇ ਜੱਜ ਅੰਗਰੇਜ਼ ਹੀ ਹੁੰਦੇ ਸਨ ਅਤੇ ਉਹ 1000 ਰੁਪਏ ਤੱਕ ਦੇ ਮੁਕੱਦਮਿਆਂ ਦੇ ਵਿਰੁੱਧ ਅਪੀਲਾਂ ਸੁਣਦੇ ਸਨ। ਮੁਕੱਦਮੇ ਸੁਣਨ ਤੋਂ ਇਲਾਵਾ ਇਹਨਾਂ ਦਾ ਮੁੱਖ ਕਾਰਜ ਜ਼ਿਲ੍ਹਾ ਅਦਾਲਤਾਂ ਦਾ ਨਿਰੀਖਣ ਵੀ ਕਰਨਾ ਸੀ। ਸਦਰ ਦੀਵਾਨੀ ਅਦਾਲਤ ਇਹਨਾਂ ਦੀ ਰਿਪੋਰਟ ਦੇ ਆਧਾਰ 'ਤੇ ਹੀ ਕਿਸੇ ਵੀ ਜ਼ਿਲ੍ਹਾ ਨਿਆਇਧੀਸ਼ ਜਾਂ ਜ਼ਿਲ੍ਹੇ ਦੇ ਜੱਜ ਨੂੰ ਅਹੁਦੇ ਤੋਂ ਹਟਾ ਸਕਦੀ ਸੀ। ਅਗਲਾ ਪੁਆਇੰਟ ਹੈ ਸਦਰ ਦੀਵਾਨੀ ਅਦਾਲਤ। ਅਦਾਲਤਾਂ ਦੇ ਕ੍ਰਮ ਦੇ ਉੱਪਰੀ ਸਤਰ 'ਤੇ ਕਲਕੱਤੇ ਵਿੱਚ ਸਥਾਪਿਤ ਸਦਰ ਦੀਵਾਨੀ ਅਦਾਲਤ ਸੀ। ਖੁਦ ਗਵਰਨਰ ਜਨਰਲ ਅਤੇ ਉਸ ਦੀ ਪਰਿਸ਼ਦ ਦੇ ਮੈਂਬਰ ਉਸ ਅਦਾਲਤ ਦੇ ਜੱਜ ਦੇ ਰੂਪ ਵਿੱਚ ਕਾਰਜ ਕਰਦੇ ਸਨ। 1000 ਰੁਪਏ ਤੱਕ ਦੇ ਪ੍ਰਾਂਤਿਕ ਅਦਾਲਤਾਂ ਦੇ ਵਿਰੁੱਧ ਅਪੀਲਾਂ ਐਸੀ ਅਦਾਲਤ ਦੇ ਸਾਹਮਣੇ ਆਉਂਦੀਆਂ ਸਨ। 5000 ਰੁਪਏ ਤੋਂ ਉੱਪਰ ਦੇ ਮੁਕੱਦਮੇ ਰਾਜਾ ਦੇ ਕੋਲ ਭੇਜ ਦਿੱਤੇ ਜਾਂਦੇ ਸਨ। ਅਗਲਾ ਪੁਆਇੰਟ ਹਿੰਦੂ ਅਤੇ ਮੁਸਲਿਮ ਕਾਨੂੰਨ। ਮੁਸਲਮਾਨਾਂ ਦੇ ਮੁਕੱਦਮੇ ਸੁਣਨ ਵਿੱਚ ਇਸਲਾਮੀ ਕਾਨੂੰਨ ਅਤੇ ਹਿੰਦੂਆਂ ਦੇ ਮੁਕੱਦਮੇ ਸੁਣਦੇ ਸਮੇਂ ਹਿੰਦੂ ਕਾਨੂੰਨ ਦੇ ਗ੍ਰੰਥਾਂ ਦੀ ਮਦਦ ਲਿੱਤੀ ਜਾਂਦੀ ਸੀ। ਅਗਲਾ ਪੁਆਇੰਟ ਹੈ ਕਾਨੂੰਨ ਦੀ ਪ੍ਰਭੂ ਸੱਤਾ। ਲਾਰਡ ਕਾਰਨਵਾਲਿਸ ਨੇ ਕਾਨੂੰਨ ਨੂੰ ਸਰਵੋਪਰੀ ਸਥਾਨ ਪ੍ਰਦਾਨ ਕੀਤਾ। ਕਲਕੱਤੇ ਤੋਂ ਦੂਰ ਜ਼ਿਲ੍ਹੇ ਵਿੱਚ ਰਹਿਣ ਵਾਲੇ ਯੂਰੋਪੀਅਨ ਲੋਕਾਂ ਨੂੰ ਜ਼ਿਲ੍ਹਾ ਅਦਾਲਤਾਂ ਦੇ ਅਧਿਕਾਰ ਖੇਤਰ ਨੂੰ ਸਵੀਕਾਰ ਕਰਨਾ ਪੈਂਦਾ ਸੀ। ਜ਼ਿਲ੍ਹੇ ਦੇ ਸਰਕਾਰੀ ਅਧਿਕਾਰੀ ਵੀ ਆਪਣੇ ਕਾਰਜਾਂ ਦੇ ਲਈ ਜ਼ਿਲ੍ਹਾ ਅਦਾਲਤ ਦੇ ਪ੍ਰਤੀ ਜ਼ਿੰਮੇਵਾਰ ਸਨ। ਅਗਲਾ ਪੁਆਇੰਟ ਫੌਜਦਾਰੀ ਨਿਆਂ ਪ੍ਰਣਾਲੀ। ਫੌਜਦਾਰੀ ਨਿਆਂ ਪ੍ਰਣਾਲੀ ਵਿੱਚ ਵੀ ਅਨੇਕ ਬਦਲਾਅ ਕੀਤੇ ਗਏ। ਜ਼ਿਲ੍ਹੇ ਦੀ ਫੌਜਦਾਰੀ ਅਦਾਲਤਾਂ ਨਾਲ ਜ਼ਿਲ੍ਹੇ ਦੀ ਫੌਜਦਾਰੀ ਅਦਾਲਤਾਂ ਤੋਂ ਭਾਰਤੀ ਜੱਜਾਂ ਨੂੰ ਹਟਾ ਦਿੱਤਾ ਗਿਆ। ਜ਼ਿਲ੍ਹਾ ਨਿਆਇਧੀਸ਼ ਜਾਂ ਜੱਜ ਸ਼ਾਂਤੀ ਭੰਗ ਕਰਨ ਵਾਲੇ ਅਤੇ ਹੋਰ ਅਪਰਾਧੀਆਂ ਨੂੰ ਬੰਦੀ ਜਾਂ ਕੈਦੀ ਬਣਾਉਣ ਦੇ ਆਦੇਸ਼ ਜਾਰੀ ਕਰ ਸਕਦਾ ਸੀ। ਉਹ ਖੁਦ ਛੋਟੇ ਮੁਕੱਦਮੇ ਸੁਣਦੇ ਸਨ, ਪਰੰਤੂ ਵੱਡੇ ਮੁਕੱਦਮੇ ਪ੍ਰਾਂਤੀ ਅਦਾਲਤਾਂ ਨੂੰ ਸੌਂਪ ਦਿੰਦੇ ਸਨ। ਪ੍ਰਾਂਤੀ ਅਦਾਲਤਾਂ ਦੇ ਜੱਜ ਸਾਲ ਵਿੱਚ 2 ਵਾਰ ਆਪਣੇ ਇਲਾਕੇ ਦਾ ਦੌਰਾ ਕਰਦੇ ਸਨ ਅਤੇ ਭਾਰਤੀ ਕਾਜ਼ੀਆਂ ਅਤੇ ਮੁਫਤੀਆਂ ਦੀ ਸਹਾਇਤਾ ਨਾਲ ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਵੀ ਕਰਦੇ ਸਨ। ਉਹ ਮੌਤ ਦੀ ਸਜ਼ਾ ਦੇ ਸਕਦੇ ਸਨ। ਗਵਰਨਰ ਜਨਰਲ ਨੂੰ ਕਿਸੇ ਦੀ ਵੀ ਸਜ਼ਾ ਨੂੰ ਮਾਫ ਜਾਂ ਘੱਟ ਕਰਨ ਦਾ ਅਧਿਕਾਰ ਪ੍ਰਾਪਤ ਸੀ। ਅਗਲਾ ਪੁਆਇੰਟ ਹੈ ਕਾਰਨਵਾਲਿਸ ਦੀ ਕਾਨੂੰਨੀ ਜਾਂ ਕਾਨੂੰਨ ਸੰਹਿਤਾ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਛੋਟਾ ਹੈ। ਪ੍ਰਸ਼ਨ ਇਸ ਤਰ੍ਹਾਂ ਆਉਂਦਾ ਹੈ, ਕਾਰਨਵਾਲਿਸ ਕੋਡ ਤੋਂ ਤੁਸੀਂ ਕੀ ਸਮਝਦੇ ਹੋ? ਲਾਰਡ ਕਾਰਨਵਾਲਿਸ ਦੇ ਦੁਆਰਾ ਸਾਰੇ ਨਿਆਂ ਸੰਬੰਧੀ ਕਾਰਜਾਂ ਦੀ ਇੱਕ ਸੰਹਿਤਾ ਜਾਂ ਕੋਡ
ਤਿਆਰ ਕੀਤਾ ਗਿਆ। ਇਹ ਕਾਰਨਵਾਲਿਸ ਵਿਧੀ ਸੰਹਿਤਾ ਜਾਂ ਕਾਰਨਵਾਲਿਸ ਕੋਡ ਦੇ ਨਾਮ ਤੋਂ ਪ੍ਰਸਿੱਧ ਹੈ। ਇਸ ਕੋਡ ਨੂੰ 1793 ਈਸਵੀ ਵਿੱਚ ਜਾਰਜ ਬਾਰਲੋ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ। ਇਸ ਕੋਡ ਦਾ ਮੁੱਖ ਆਧਾਰ ਸ਼ਕਤੀਆਂ ਦਾ ਵਿਭਾਜਨ ਸੀ। ਲਾਰਡ ਕਾਰਨਵਾਲਿਸ ਨੇ ਲਗਾਨ ਉਗਾਹਣ ਦੇ ਕੰਮ ਨੂੰ ਅਤੇ ਹੋਰ ਨਿਆਂ ਸੰਬੰਧੀ ਕਾਰਜਾਂ ਨੂੰ ਅਲੱਗ ਕਰ ਦਿੱਤਾ। ਕਲੈਕਟਰ ਤੋਂ ਇਹ ਸਾਰੇ ਨਿਆਂ ਸੰਬੰਧੀ ਕਾਰਜ ਵਾਪਸ ਲੈ ਲਿੱਤੇ ਗਏ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਜ਼ਿਲ੍ਹਾ ਜੱਜ ਦੇ ਨਵੇਂ ਪਦ ਦੀ ਵਿਵਸਥਾ ਕੀਤੀ ਗਈ। ਅੱਜ ਦੀ ਕਲਾਸ ਵਿੱਚ ਸਟੂਡੈਂਟਸ ਇੰਨਾ ਹੀ। ਅਗਲੀ ਕਲਾਸ ਵਿੱਚ ਐਸੇ ਪ੍ਰਸ਼ਨ ਨੂੰ ਇੱਥੋਂ ਹੀ ਜਾਰੀ ਰੱਖਾਂਗੇ। ਬਹੁਤ ਬਹੁਤ ਧੰਨਵਾਦ।